ਹੈਲੋ एवरीवन ਗਿਲਸ ਮੈਂਟੋਰ ਈ-ਲਰਨਿੰਗ ਪਲੇਟਫਾਰਮ ਤੁਹਾਡਾ ਸਵਾਗਤ ਹੈ। ਅੱਜ ਆਪਾਂ ਆਪਣਾ ਮੌਕ ਟੈਸਟ ਨੰਬਰ ਆਪਣਾ ਨੈਕਸਟ ਦੇਖ ਰਹੇ ਹਾਂ। 18ਵਾਂ ਮੌਕ ਟੈਸਟ ਆਪਾਂ ਦੇਖ ਰਹੇ ਹਾਂ। ਲਗਾਤਾਰ ਆਪਾਂ ਪਿਛਲੇ ਕਾਫੀ ਸੀਰੀਜ਼ ਚਲਾਈ ਹੋਈ ਹੈ ਕਿ ਆਪਾਂ ਰੋਜ਼ ਆਪਾਂ ਅੱਛੇ ਕੁਐਸਚਨ ਡਿਸਕਸ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜਾਏ ਕਿ ਕਿਸ ਤਰੀਕੇ ਨਾਲ ਕੁਐਸਚਨ ਪੁੱਛੇ ਜਾ ਸਕਦੇ ਨੇ। ਦੇਖੋ ਜੀ ਔਖੇ ਤੋਂ ਔਖਾ ਪੇਪਰ ਵੀ ਕਿਵੇਂ ਦਾ ਆ ਸਕਦਾ ਹੈ ਤੇ ਸੌਖੇ ਤੋਂ ਸੌਖਾ ਪੇਪਰ ਵੀ ਕਿਵੇਂ ਦਾ ਆ ਸਕਦਾ ਹੈ। ਮਗਰ ਤੁਹਾਨੂੰ ਮੈਂ ਇੰਨਾ ਵਿਸ਼ਵਾਸ ਦਿਵਾਉਣਾ ਕਿ ਐਗਜ਼ਾਮ ਜਿਹੜਾ ਮੋਡਰੇਟ ਟੂ ਡਿਫਿਕਲਟ ਲੈਵਲ ਦਾ ਹੋਏਗਾ, ਈਜ਼ੀ ਪਾਰਟ ਨਹੀਂ ਹੋਏਗਾ, ਮੋਡਰੇਟ ਟੂ ਡਿਫਿਕਲਟ ਲੈਵਲ ਦਾ ਹੀ ਹੋਏਗਾ। ਡਨ। ਤਾਂ ਅੱਜ ਜਿਹੜੇ ਮੈਂ ਕੁਐਸਚਨ ਰੱਖੇ ਨੇ, ਅੱਜ ਮੈਂ ਟੌਪ 10 ਕੁਐਸਚਨ ਰੱਖੇ ਨੇ ਜਿਸ ਵਿੱਚੋਂ ਮੈंने ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਡਿਫਿਕਲਟ ਕੁਐਸਚਨਸ ਕਰਾ ਸਕਾਂ ਕਿ ਜੇ ਕੋਈ ਵੱਧ ਤੋਂ ਵੱਧ ਡਿਫਿਕਲਟ ਆਇਆ ਤਾਂ ਕਿਸ ਤਰ੍ਹਾਂ ਦਾ ਕੁਐਸਚਨ ਆਏਗਾ। ਸੋ ਅੱਜ ਦਾ ਸੈਸ਼ਨ ਬਹੁਤ ਇੰਪੋਰਟੈਂਟ ਰਹੇਗਾ। ਇਹ ਆਪਣੇ ਆਪ ਨੂੰ ਪ੍ਰਿਪੇਅਰ ਕਰ ਲਓ ਕਿ ਕਿਸ ਤਰੀਕੇ ਨਾਲ ਆਪਾਂ ਨੇ ਕਰੰਟ ਅਫੇਅਰ ਨੂੰ ਪੜ੍ਹਨਾ ਹੈ, ਕਿਸ ਤਰੀਕੇ ਨਾਲ ਆਪਾਂ ਨੇ ਜੀਐਸ ਨੂੰ ਪੜ੍ਹਨਾ ਹੈ, ਕਿਸ ਤਰੀਕੇ ਨਾਲ ਸਮਝਣਾ ਹੈ, ਕਰੰਟ ਅਫੇਅਰ ਨੂੰ ਜੀਐਸ ਨਾਲ ਕਿਵੇਂ ਕਨੈਕਟ ਕਰਨਾ, ਇਹਦੀ ਜਾਣਕਾਰੀ ਤੁਹਾਨੂੰ ਅੱਜ ਦੇ ਕੁਐਸਚਨਾਂ ਵਿੱਚ ਹੋ ਜਾਣੀ ਚਾਹੀਦੀ ਹੈ। ਕਿਉਂਕਿ ਕੁਝ ਕੁਐਸਚਨ ਮੈਂ ਥੋੜੇ ਜਿਹੇ ਅੱਛੇ ਰੱਖੇ ਨੇ, ਕੁਝ ਕੁਐਸਚਨ ਮੈंने ਮੋਡਲ ਲੈਵਲ ਦੇ ਹੀ ਰੱਖੇ ਨੇ। ਡਨ। ਸੋ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਪੰਜਾਬ ਪੁਲਿਸ ਦਾ ਬੈਚ ਅਸੀਂ ਸਟਾਰਟ ਕਰ ਚੁੱਕੇ ਹਾਂ। ਜਿਹੜੇ ਬੱਚੇ ਜੁਆਇਨ ਕਰਨਾ ਚਾਹੁੰਦੇ ਨੇ ਜੁਆਇਨ ਕਰ ਸਕਦੇ ਨੇ। ਲਾਈਵ ਕਲਾਸਿਸ ਪਲੱਸ ਪੀਡੀਐਫਸ ਹੈ। ਦੈਨ 1 ਅਪ੍ਰੈਲ ਤੋਂ ਬੈਚ ਸਟਾਰਟ ਹੋ ਚੁੱਕਾ ਹੈ ਤੇ ਇਹ ਬੈਚ ਲੈਣ ਲਈ ਤੁਸੀਂ ਸਾਡੀ ਗਿਲਸ ਮੈਂਟੋਰ ਐਪ ਤੇ ਜਾ ਸਕਦੇ ਹੋ। ਮਗਰ ਅੱਜ 12 ਵਜੇ ਤੋਂ ਪਹਿਲੇ ਤੁਸੀਂ ਕੀ ਕਰਨਾ ਹੈ ਕਿ ਇਹ ਪੰਜਾਬ ਪੁਲਿਸ ਬੈਚ ਤੋਂ ਇਲਾਵਾ ਜੇ ਬਾਕੀ ਬੈਚਸ ਵੀ ਤੁਸੀਂ ਲੈਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਇੱਕੋ ਹੀ ਪੈਕ ਦੁਆਰਾ ਸਾਡੀ ਤਿਆਰੀ ਹੋ ਜਾਵੇ, ਅਸੀਂ ਇਹ ਕੋਂਬੋ ਪੈਕ ਚਲਾਇਆ ਹੋਇਆ ਹੈ। ਕੋਂਬੋ ਪੈਕ ਦੀ ਤਿਆਰੀ ਕਰਾ ਰਹੇ ਹਾਂ। ਦੈਨ ਅੱਜ 12 ਵਜੇ ਤੋਂ ਪਹਿਲੇ ਤੱਕ ਦਾ ਆਫਰ ਹੈ ਕਿ ਇਸ ਦਾ ਪ੍ਰਾਈਸ 6999 ਹੈ, ਮਗਰ 12 ਵਜੇ ਤੋਂ ਪਹਿਲੇ ਤੁਸੀਂ ਇਹਨੂੰ 1999 ਵਿੱਚ ਲੈ ਸਕਦੇ ਹੋ। ਡਨ। ਓਕੇ। ਇਹ ਅੱਜ ਦਾ ਪੈਕ ਨਹੀਂ ਹੈ, ਪਿਛਲੇ 2 ਸਾਲਾਂ ਤੋਂ ਸਾਡਾ ਇਹ ਬੈਚ ਚੱਲ ਰਿਹਾ ਹੈ। ਠੀਕ ਹੈ ਜੀ। ਜਿਸ ਵਿੱਚ ਜਿਹੜੇ ਬੱਚੇ ਪੂਰੇ ਸਾਲ ਤਿਆਰੀ ਕਰਨਾ ਚਾਹੁੰਦੇ ਹਨ ਉਹ ਇਹ ਪੈਕ ਲੈ ਲੈਂਦੇ ਸਨ। ਡਨ। ਜਿਸ ਵਿੱਚ ਅਸੀਂ ਪ੍ਰੋਪਰ ਉਹਨਾਂ ਨੂੰ ਬੁੱਕਸ ਪ੍ਰੋਵਾਈਡ ਕਰਦੇ ਸੀ, ਕਲਾਸਿਸ ਪ੍ਰੋਵਾਈਡ ਕਰਦੇ ਸੀ ਤੇ ਪ੍ਰੋਪਰ ਤਿਆਰੀ ਕਰਾਉਂਦੇ ਸੀ। ਮਗਰ ਅੱਜ ਅਸੀਂ ਇਸ ਦੇ ਆਫਰ ਨੂੰ ਬਿਲਕੁਲ ਹੀ 70% ਆਫ ਕਰ ਦਿੱਤਾ ਗਿਆ। ਡਨ ਜੀ। 70% ਆਫ ਕਰ ਦਿੱਤਾ ਗਿਆ। ਜਿਹੜੇ ਬੱਚੇ ਜੁਆਇਨ ਕਰਨਾ ਚਾਹੁੰਦੇ ਨੇ ਉਹ ਜੁਆਇਨ ਕਰ ਸਕਦੇ ਨੇ। ਠੀਕ ਹੈ ਜੀ, ਜੁਆਇਨ ਕਰ ਸਕਦੇ ਨੇ। ਸੋ ਸ਼ੁਰੂਆਤ ਕਰਦੇ ਹਾਂ। ਆ ਦੇਖੋ ਜਿਵੇਂ ਐਕਸਾਈਜ਼ ਦਾ ਬੈਚ ਹੈ, ਆਉਣ ਵਾਲੇ ਸਮੇਂ 107 ਪੋਸਟ ਚਾਹੀਦੀਆਂ, ਇਹਦੇ ਲਈ ਵੀ ਤੁਸੀਂ ਕੋਂਬੋ ਪੈਕ ਲੈ ਸਕਦੇ ਹੋ। ਉਸ ਤੋਂ ਇਲਾਵਾ ਕੋਆਪਰੇਟਿਵ ਬੈਂਕ ਦਾ ਵੀ ਬੈਚ ਤੁਹਾਨੂੰ ਇਸ ਦੇ ਵਿੱਚ ਹੀ ਮਿਲੇਗਾ। ਠੀਕ ਹੈ। ਤੇ ਉਸ ਤੋਂ ਇਲਾਵਾ ਜਿਹੜੇ ਬੱਚੇ ਨੈਟ ਦੀ ਤਿਆਰੀ ਕਰ ਰਹੇ ਨੇ, ਜਿਵੇਂ ਤੁਹਾਨੂੰ ਮੈਂ ਕੁਐਸਚਨਸ ਕਰਾ ਰਿਹਾ, ਤੁਸੀਂ ਟੌਪਿਕ ਵਾਈਜ਼ ਕੁਐਸਚਨਸ ਕਰਨਾ ਚਾਹੁੰਦੇ ਹੋ ਤਾਂ ਜੀਕੇ ਮਾਂ ਪੈਕ ਲੈ ਸਕਦੇ ਹੋ। 20 RMCQ ਕਵਰ ਕੀਤੇ ਗਏ ਨੇ। ਦੈਨ ਇਹ ਸਾਰੇ ਐਗਜ਼ਾਮਸ ਲਈ ਇੰਪੋਰਟੈਂਟ ਹੈ। ਈਵਨ ਕਿ PPSC ਦੇ ਅੱਛੇ ਐਗਜ਼ਾਮ ਜਿਹੜੇ ਨੇ ਕੋਆਪਰੇਟਿਵ ਇੰਸਪੈਕਟਰ, ਨੈਬ ਤਹਿਸੀਲਦਾਰ, ਉਹਨਾਂ ਲਈ ਵੀ ਇੰਪੋਰਟੈਂਟ ਰਹਿਣਗੇ। ਸੋ ਸ਼ੁਰੂਆਤ ਕਰਦੇ ਹਾਂ। ਪਹਿਲਾ ਕੁਐਸਚਨ ਧਿਆਨ ਨਾਲ ਪੜੋ। ਪਹਿਲਾ ਕੁਐਸਚਨ ਕਹਿਣਾ ਕੀ ਚਾਹ ਰਿਹਾ, ਕਿਸੇ ਕੰਟਰੀ ਦੇ ਡਿਵੈਲਪਮੈਂਟ ਬਾਰੇ ਦੱਸ ਰਿਹਾ, ਕਿਸੇ ਕੰਟਰੀ ਦੀ ਰੀਸੈਂਟਲੀ ਡਿਵੈਲਪਮੈਂਟ ਬਾਰੇ, ਯਾਨੀ ਕਿ ਤੁਹਾਨੂੰ ਕਿਸੇ ਕੰਟਰੀ ਦਾ ਇੰਟਰਨੈਸ਼ਨਲ ਕੰਟਰੀ ਜੋ ਨਿਊਜ਼ 'ਚ ਰਹੀ ਹੋਵੇ ਤੇ ਉਹ ਕੰਟਰੀ ਦਾ ਉਹਨੇ ਕੁਝ ਡਿਵੈਲਪਮੈਂਟ ਕੀਤੀ ਹੈ। ਐਸੀ ਡਿਵੈਲਪਮੈਂਟ ਜੋ ਇੱਕ ਤਰੀਕੇ ਨਾਲ ਰਿਕਾਰਡ ਪੈਦਾ ਕਰਦੀ ਹੈ। ਠੀਕ ਹੈ, ਇੱਕ ਰਿਕਾਰਡ ਬਣਾਉਂਦੀ ਹੈ। ਠੀਕ ਹੈ, ਰਿਕਾਰਡ ਬਣਾਉਂਦੀ ਹੈ। ਕੋਈ ਚੀਜ਼ ਫਸਟ ਵਾਰੀ ਹੋਣ ਜਾ ਰਹੀ ਕਿਸੇ ਕੰਟਰੀ 'ਚ, ਉਹ ਓਵਰਆਲ ਉਸ ਇੰਟਰਨੈਸ਼ਨਲੀ ਇੰਪੋਰਟੈਂਟ ਹੋ ਜਾਂਦੀ ਹੈ। ਸਮਝ ਪਾ ਰਹੇ ਹੋ ਨਾ। ਤਾਂ ਇਸੇ ਤਰੀਕੇ ਨਾਲ ਕਿਹੜੇ ਕੰਟਰੀ ਦੀ ਗੱਲ ਕਰ ਰਹੇ ਹੋ ਉਹ ਤੁਹਾਨੂੰ ਮੈਂ ਦੱਸਾਂਗਾ ਬਾਅਦ 'ਚ ਜਦੋਂ ਆਨਸਰ ਦੇਵਾਂਗਾ। ਮੈਂ ਤੁਸੀਂ ਪਹਿਲੇ ਜਾਣਨਾ ਹੈ ਮੈਂ ਕਿਹੜੇ ਕੰਟਰੀ ਦੀ ਗੱਲ ਕਰ ਰਿਹਾ। ਉਹ ਕਹਿਣਾ ਚਾਹ ਰਹੇ ਨੇ ਇਸ ਸਟੇਟਮੈਂਟ ਵਿੱਚ ਕਿ ਇਹ ਐਸੀ ਕੰਟਰੀ ਇਹਨਾਂ ਚਾਰਾਂ ਵਿੱਚੋਂ ਜਿਸ ਨੇ ਆਪਣਾ ਫਸਟ ਮਿਸ਼ਨ, ਠੀਕ ਹੈ, ਮਾਰਸ ਭੇਜਿਆ। ਠੀਕ ਹੈ, ਪਹਿਲਾ ਮਿਸ਼ਨ ਉਹਨਾਂ ਨੇ ਮਾਰਸ ਵਿੱਚ ਭੇਜਿਆ ਜਿਸ ਦਾ ਨਾਮ ਰੱਖਿਆ ਐਮਿਰੇਟਸ ਮਾਰਸ ਮਿਸ਼ਨ। ਦੈਨ ਇਸ ਵਿੱਚ ਤੁਹਾਨੂੰ ਕਹਿੰਦੇ ਇਸ ਵਿੱਚ ਔਰਬਿਟਰ ਸਪੇਸਕ੍ਰਾਫਟ ਦੇਖਣ ਨੂੰ ਮਿਲੇਗਾ ਜਿਸ ਦਾ ਨਾਮ ਹੋਏਗਾ ਹੋਪ, ਜੋ ਕਰੇਗਾ ਕਿ ਇਹ ਜਿਹੜਾ ਆਪਾਂ ਮਿਸ਼ਨ ਭੇਜ ਰਹੇ ਹਾਂ ਉਹ ਵੈਦਰ ਸਿਸਟਮ ਨੂੰ ਸਟੱਡੀ ਕਰੇਗਾ। ਠੀਕ ਹੈ, ਇਸ ਮਾਰਸ ਦੀ ਪਲੈਨਟ ਦੀ ਵੈਦਰ ਸਿਸਟਮ ਨੂੰ ਸਟੱਡੀ ਕਰਨ ਲਈ ਇੱਕ ਪਹਿਲੀ ਐਸੀ ਕੰਟਰੀ ਜਿਸ ਨੇ ਐਸਾ ਮਿਸ਼ਨ ਭੇਜਿਆ, ਉਹ ਆਪਣਾ ਫਸਟ ਮਿਸ਼ਨ ਭੇਜ ਰਹੀ ਹੈ ਮਾਰਸ ਵਿੱਚ। ਮਾਰਸ ਵਿੱਚ ਇਹਨਾਂ ਚਾਰਾਂ 'ਚੋਂ ਇੱਕ ਐਸੀ ਕੰਟਰੀ ਹੈ ਜੋ ਆਪਣਾ ਪਹਿਲੀ ਵਾਰੀ ਮਿਸ਼ਨ ਭੇਜ ਰਹੀ ਹੈ। ਉਹ ਕਿਹੜੀ ਕੰਟਰੀ ਹੋ ਸਕਦੀ ਹੈ? UAE, ਸਾਊਦੀ ਅਰੇਬੀਆ, ਓਮਾਨ, ਬਹਰੇਨ। ਕਿਹੜੀ ਕੰਟਰੀ ਹੈ ਜਿਹਨੇ ਆਪਣਾ ਪਹਿਲੀ ਵਾਰੀ ਮਿਸ਼ਨ ਭੇਜਿਆ? ਇਹਦਾ ਆਨਸਰ ਆ ਜਾਏਗਾ ਆਪਣਾ UAE। ਠੀਕ ਹੈ ਜੀ, UAE ਪਹਿਲੀ ਵਾਰੀ ਆਪਣਾ ਮਿਸ਼ਨ ਭੇਜ ਰਿਹਾ ਹੈ। ਇਸ ਮਿਸ਼ਨ ਨੂੰ ਆਪਣੇ ਮਾਰਸ ਤੇ ਲੈ ਜਾਣ ਲਈ, ਠੀਕ ਹੈ, ਇੰਨੇ ਅਨਾਉਂਸਮੈਂਟ 2015 'ਚ ਕਰਤੇ ਸੀ, ਮਗਰ ਟਾਈਮ ਲੱਗਦੇ ਡਿਵੈਲਪਮੈਂਟ ਹੁੰਦਿਆਂ ਹੁਣ ਜਾ ਕੇ ਇਹ ਪ੍ਰੋਪਰ ਉੱਥੇ ਦੇ ਐਟਮੋਸਫੀਅਰ ਨੂੰ ਸਟੱਡੀ ਕਰੇਗਾ। ਇਹ ਜਿਹੜਾ ਮਿਸ਼ਨ ਹੈ UAE ਵੱਲੋਂ ਜਾ ਰਿਹਾ ਹੈ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਦੈਨ ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤੁਸੀਂ ਮੈਨੂੰ ਇਹ ਦੱਸਣਾ ਹੈ ਕਿ UAE ਸਾਨੂੰ ਜਿਹੜਾ ਉਹ ਕਿੱਥੇ ਦੇਖਣ ਨੂੰ ਮਿਲਦਾ ਹੈ? ਸੈਂਟਰਲ ਏਸ਼ੀਆ 'ਚ ਦੇਖਣ ਨੂੰ ਮਿਲਦਾ ਹੈ, ਸਾਊਥ ਏਸ਼ੀਆ 'ਚ ਦੇਖਣ ਨੂੰ ਮਿਲਦਾ ਹੈ, ਕਿੱਥੇ ਦੇਖਣ ਨੂੰ ਮਿਲਦਾ ਹੈ? ਤੁਸੀਂ ਜਾ ਕੇ ਵਰਲਡ ਮੈਪ ਜਾ ਕੇ ਜਾਣਨਾ ਹੈ। ਦੈਨ ਤੁਹਾਨੂੰ ਕਿੱਥੇ, ਕਿਆ ਬਾਕੀ ਇਹ ਏਸ਼ੀਆ ਦੇ ਵਿੱਚ ਹੈ ਜਾਂ ਯੂਰਪ ਦੇ ਵਿੱਚ ਹੈ, ਇਹ ਵੀ ਤੁਸੀਂ ਮੈਨੂੰ ਦੱਸਣਾ ਹੈ। ਕਿਉਂਕਿ ਵਰਲਡ ਮੈਪ ਨਾਲ ਪੜ੍ਹਨਾ ਜ਼ਰੂਰੀ ਹੈ। ਰੱਟੇ ਮਾਰ ਕੇ ਬਿਨਾਂ ਦੇਖੇ ਅੱਖੋਂ ਦੀ ਤੁਸੀਂ ਨਹੀਂ ਸਮਝ ਪਾਓਗੇ ਕੁਐਸਚਨਸ ਨੂੰ। ਡਨ। ਤਾਂ ਇਹ ਸਮਝੋ, ਦੇਖੋ ਕਿ ਸਟੇਟਮੈਂਟ ਬੇਸਡ ਕੁਐਸਚਨ ਵਿੱਚ ਤੁਹਾਡੇ ਤੋਂ ਕਰੰਟ ਅਫੇਅਰ ਦਾ ਹੀ ਕੁਐਸਚਨ ਪੁੱਛ ਲਿਆ। ਡਨ। ਅਗਲਾ ਕੁਐਸਚਨ ਮੈਂ ਫੇਰ ਕਹਿਣਾ
कोई भी काउंसल, कोई भी नीति आयोग की गल्लां होण, स्टैचूरी बॉडीज होण, ठीक है, नॉन स्टैचूरी बॉडीज होण ते कॉन्स्टिट्यूशनल बॉडीज होण, इन्हां बारे रज के पढ़ लो, रज के, ठीक है। इन्हां बारे मैंबर्स बारे पूछा जा सकता है, इन्हां नूं रिमूव किवें करते हैं आपां, वो पूछा जा सकता है। इन्हां बारे रज के पॉलिटिक्स विच पढ़ लो। हुण इस विच उन्होंने यूनाइटेड नेशनस, ठीक है, इंटरनेशनली वाले काउंसल ही पूछ लिया, यूनाइटेड नेशन ह्यूमन राइट काउंसल बारे पूछ लिया कि दसो कि इस काउंसल नाल रिलेटेड 3 स्टेटमेंट्स दित्ती हैं, मैनूं दसो कि किहड़ी स्टेटमेंट करैक्ट है। पहला कहंदे ये काउंसल करदी की है, जिन्ने भी ह्यूमन राइट्स के इशू हुंदे हैं उन्हां नूं डिस्कस करदी है, ठीक है, उन्हां दी सिचुएशन नूं डिस्कस करन दा मादा रखदी है, ठीक है। उस तो इलावा कहंदे इन्हां दे जिहड़े यूनाइटेड नेशन ह्यूमन राइट काउंसल दे जिहड़े मैंबर हुंदे ने, ਉਹ ਉਹਨਾਂ ਦਾ ਜਿਹੜਾ ਟਰਮ ਹੁੰਦਾ ਉਹ 3 ਸਾਲਾਂ ਦਾ ਹੁੰਦਾ ਹੈ ਤੇ ਦੁਬਾਰਾ ਐਲੀਜੀਬਲ ਨਹੀਂ ਹੋ ਸਕਦੇ ਰੀ ਇਲੈਕਸ਼ਨ ਲਈ, ਦੁਬਾਰਾ ਚੁਣ ਕੇ ਨਹੀਂ ਆ ਸਕਦੇ, ਸਿਰਫ 1 ਤੋਂ 21 ਵਾਰੀ ਉਹ ਚੁਣ ਕੇ ਆ ਸਕਦੇ ਨੇ। ਤੇ ਜੇ ਹੁਣ ਦੀ ਗੱਲ ਕਰੀਏ ਕਰੰਟ ਸਟੇਟਸ ਦੀ, ਕਿਆ ਇੰਡੀਆ ਇਜ਼ ਦਾ ਮੈਂਬਰ ਹੈ, ਉਹਨਾਂ ਨੇ ਕਿਹਾ ਤੀਜੀ ਸਟੇਟਮੈਂਟ ਵਿੱਚ ਕਿ ਇੰਡੀਆ ਇਜ਼ ਦਾ ਕਰੰਟਲੀ ਮੈਂਬਰ ਆਫ UNHCR। ਕਿਆ ਵਾਕਈ ਸਟੇਟਮੈਂਟ ਠੀਕ ਹੈ, ਕਿਆ ਵਾਕਈ ਇੰਡੀਆ ਇਜ਼ ਦਾ ਮੈਂਬਰ ਹੈ, ਇਹ ਤੁਸੀਂ ਮੈਨੂੰ ਦੱਸਣਾ ਹੈ। ਹੁਣ इन्होंने स्टेटमेंट पढ़द्या होया मैनू करैक्ट आंसर का जवाब दो। पहली 2 स्टेटमेंट ठीक हो सकती हैं, पहली तीजी, दूजी तीजी, पहली दूजी तीजी। चलिए दसो केड़ी स्टेटमेंट ठीक हो सकती है। ज़्यादा टाइम वेस्ट नहीं करना, जिन्नी देर च मैं इस क्वेश्चन पढ़ना उन्नी देर च तुहाडा आंसर आ जाना चाहिए है, ठीक है जी। इसका आंसर आ जाएगा अपना बी ऑप्शन, ठीक है जी। इसका आंसर क्या आ जाएगा अपना पहली तीजी स्टेटमेंट बिल्कुल ठीक है, करैक्ट पूछा गया सी, बिल्कुल ठीक है। पहली स्टेटमेंट का जनरल आंसर ही दे रही है कि जे ह्यूमन राइट्स काउंसल बनाया गया तो मतलब ये तो कॉमन सेंस है कि उस ह्यूमन राइट्स के इशूज़ उपर ही गल्लां होणगियां ना, ठीक है। मगर जी सैकेंड स्टेटमेंट है उस जी दूजी स्टेटमेंट कही है ना, उसके बिहाव से तुसीं इन्हूं थोड़ा जिहा एक्सट्रीम पोजीशन च लैके जाण दी गल्लां हो जाउंदियां, ठीक है, एक्सट्रीम पोजीशन च लैके जाउण दियां हो जाउंदियां। देखो टर्म जिहड़ा 3 सालां दा हो सकदा है, मगर तुसीं ऐसा नहीं है, ठीक है, टर्म जिहड़ा 3 सालां दा पक्की गल हो सकदा है, मगर ऐसा नहीं है कि तुसी एलिजिबल नहीं हो, तुसी दोबारा भी 2 बारी चुन के आ सकते हो, ठीक है। जे तुसी 1 बारी चुन के आ गए उस तो इलावा तुसी 2 बारी होर चुन के आ सकते हो, ठीक है, री इलैक्शन में चुन के आ सकते हो, ठीक है। मैंबर एलिजिबल हो सकते हो, उन्होंने एक एडिशनल टर्म मिल सकता है, तुसी ध्यान में रख सकते हो। सो इस करके दूसरी स्टेटमेंट गलत हो जाती है। यस इंडिया इज़ अ मैंबर हैगा, इज़ द इंडिया इज़ अ मैंबर हैगा, डन, ओके। इस चीज़ को ध्यान च रखना। इसके लगभग 47 सानू इंटरनेशनल जोड़े मैंबरस हैं देखने को मिलते हैं कंट्रीज़ के, तुम ध्यान में रख सकते हो, ठीक है जी, ओके। तुम ध्यान में रख सकते हो। इंडिया का मैंबर कदों बनया सी 2019 बनया सी, तुम ध्यान च रखना। इंडिया का मैंबर जो बनया सी 2019 बनया सी, उस तो पहला वो 2011 तो भी 2014 के दौरान भी इंडिया इज़ द हैज़ अ मतलब मैंबर रहा, तुम ध्यान में रख सकते हो, ठीक है जी, ओके। अगे चलो, अगे अपने गल आ गई INS विराट बारे। दैन इस रिलेटेड कोई इनकरैक्ट स्टेटमेंट दसनी है। कहते एक लॉन्गेस्ट सर्विंग वॉरशिप सी वर्ल्ड की सब तो लॉन्गेस्ट सर्विंग वॉरशिप जो मनी जा रही है, वो कहते INS विराट मनी जा रही है। इनकरैक्ट स्टेटमेंट दसनी है, किहड़ी स्टेटमेंट गलत है। कहते इसनूं सब तो पहला ब्रिटिश नेवी दे विच सर्व किया गया सी, दैन इंडियन नेवी आने तो पहला इसनूं ब्रिटिश नेवी च लिया गया सी, ठीक है। क्या वाकई स्टेटमेंट ठीक है। उस तो इलावा इंडिया का पहला ऐसा एयरक्राफ्ट से INS विराट जोड़ा इंडिया का ऐसा पहला ऐसा एयरक्राफ्ट से, क्या वाकई स्टेटमेंट ठीक है। उस तो इलावा कहते इस मतलब स्पेस क्राफ्ट ने जोड़ा रोल नहीं पाया सी, स्पेस क्राफ्ट नहीं है ना एयरक्राफ्ट है, माफ़ करना, ठीक है। इसने जो रोल नहीं पाया सी ऑपरेशन जुपिटर वाला जो अपना चलिया सी, जिस वक्त आप श्रीलंका विच पीस कीपिंग ऑपरेशन चला रहे थे, जिसका नाम रखा सी ऑपरेशन का जुपिटर। उस दौरान इस आपने एयरक्राफ्ट की मतलब सहायता लीती सी, उसने सब तो बड़ा मेजर रोल नहीं पाया सी। 1989 की गल कर रहे हैं। हुण इन्हां 4 ऑप्शन पढ़ते हुए मैं दसो किहड़ी स्टेटमेंट INS विराट नाल रिलेटेड गलत हो सकती है, ये तुसीं मैनूं दसना है, दसो। ध्यान नाल पढ़ो। INS विराट बारे जो तुसीं न्यूज़ भी पढ़ते रहने हो, इन्हां बारे कहीं ना कहीं डेवलपमेंट्स बारे गल्लां हुंदियां रहिंदियां ने, डन, ओके। इस बारे तुसीं जानकारी देनी है मैनूं, जे तुसीं जानकारी दे पाउंदे हो इसका मतलब तुसीं टच विचों, तुसीं करंट अफेयर के टच विचों इनसे बारे लगातार डेवलपमेंट्स हुंदियां आ रही ने, डन, लगातार डेवलपमेंट्स हुंदियां आ रही ने। इसका आंसर तुसीं मैनूं देना है, डन, ओके। दसो मैनूं इसका आंसर की आएगा। इसका आंसर आ जाएगा सी ऑप्शन, ठीक है।
सी ऑप्शन इंडिया का पहला फर्स्ट ऐसा एयरक्राफ्ट कैरियर नहीं सी, ठीक है। बाकी तीनों स्टेटमेंट ठीक है, इंडिया का ऐसा पहला ऐसा एयरक्राफ्ट नहीं सी, तुसीं ध्यान विच रख सकते हो। डन, ओके। इसनूं जिहड़ा इंडिया का फर्स्ट एयरक्राफ्ट सी ਉਹ ਸੀ ਆਪਣਾ INS ਵਿਕਰਾਂਤ, ਨਾ ਕਿ INS ਵਿਰਾਟ। ਤੁਸੀਂ ਧਿਆਨ 'ਚ ਰੱਖਣਾ ਇਹ ਸੀ ਵਿਕਰਾਂਤ, ਤੁਸੀਂ ਧਿਆਨ 'ਚ ਰੱਖ ਸਕਦੇ ਹੋ INS ਵਿਕਰਾਂਤ, ਇਸ ਚੀਜ਼ ਨੂੰ ਧਿਆਨ 'ਚ ਰੱਖਣਾ। ਡਨ, ਓਕੇ। ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ। ਬਾਕੀ ਤਿੰਨੋਂ ਸਟੇਟਮੈਂਟ ਠੀਕ ਹੈ, ਮਗਰ ਸੀ ਆਪਸ਼ਨ ਜਿਹੜਾ ਉਹ ਗਲਤ ਹੋ ਜਾਂਦਾ ਹੈ। ਉਸ ਤੋਂ ਇਲਾਵਾ ਅੱਗੇ ਦੇਖੋ ਰਾਜ ਸਭਾ ਬਾਰੇ ਪੁੱਛਿਆ ਗਿਆ, ਪੋਲਿਟੀ ਦਾ ਕੁਐਸਚਨ ਹੈ। ਦੇਖੋ 4 ਸਟੇਟਮੈਂਟਸ ਦਿੱਤੀਆਂ, ਸਟੇਟਮੈਂਟਸ ਨੂੰ ਦੇਖ ਕੇ ਘਬਰਾਉਣਾ ਬਿਲਕੁਲ ਨਹੀਂ ਹੈ, ਬਹੁਤ ਹੀ ਆਸਾਨ ਕੁਐਸਚਨ ਹੋਏਗਾ ਤੇ ਇਹਦਾ ਆਨਸਰ ਬੜੇ ਸਹਿਜੇ ਤੇ ਧਿਆਨ ਨਾਲ ਦੇਣਾ, ਕਾਲੀ ਵੀ ਨਹੀਂ ਕਰਨੀ। ਅੱਛਾ, पहले 2 स्टेटमेंट पढ़ते हो तो लगे तो बहुत आसान है, काली नहीं करनी, कुछ देखना पहले कि करैक्ट पूछे इनकरैक्ट पूछे, और नाल दी क्रॉस मार लिया करो। डन, ठीक है। किसके बारे पूछा, राज्य सभा बारे पूछी है, ठीक है। ध्यान ना देखो उरे केड़ी स्टेटमेंट इनकरैक्ट है, देखो थल्ले तो करैक्ट दसना है मगर इनकरैक्ट के बिहाव से। डन, तो इन्होंने 4 स्टेटमेंट में ध्यान ना पढ़ो। पहला कहते कि जो रिटायरिंग मैंबरस ने जो राज्य सभा रिटायर हो जाते हैं अपना टर्म पूरा करने तो बाद दोबारा एलिजिबल नहीं है री इलैक्शन के, ठीक है, ओके। तो जोड़े रीनोमिनेशन जी है वह भी मतलब जी है एलिजिबिलिटी नहीं हो सकती, क्या बाकी स्टेटमेंट ठीक है। उस तो इलावा कहते जोड़े ऑफिस मैंबरस ने, ठीक है, राज्य सभा के जोड़े ऑफिस मैंबरस ने, है ना, उसका कोई फिक्स टर्म नहीं है, वो तो उन्होंने पार्लियामेंट के उपर छड्या हुआ है, कॉन्स्टिट्यूशन ये कहता है, क्या बाकी स्टेटमेंट ठीक है। उस तो इलावा कहते जो 4 शेड्यूल है अपने कॉन्स्टिट्यूशन का, जो 4 शेड्यूल है जो आप शेड्यूल पढ़ते हैं वो कहते राज्य सभा की सीट किस तरीके होणगियां, यूनियन टैरेटरी की सीट्स किस तरीके होणगियां राज्य सभा में, उसके बारे 4 शेड्यूल में दस्या होया है, क्या बाकी स्टेटमेंट ठीक है। उस तो इलावा कहते इस कहा गया है कि हरेक दूजे साल 1/4 जोड़े मतलब मैंबरस हैं वो रिटायर कर जाएंगे अपना टर्म पूरा करने तो बाद, फिर उस तो बाद उन्होंने सीट्स में फ्रैश इलैक्शन द्वारा भरिया जाएगा। तो जी प्रेजिडेंटल नॉमीनेशन है वो हरेक तीजे साल की बिगिनिंग में सानू देखने को मिलती है, क्या बाकी स्टेटमेंट ठीक है। कि जी प्रेजेंट इलैक्शंस हैं वो वाकई हरेक तीजे साल की बिगिनिंग में देखने को मिलता है, ये तुसीं मैनूं दसना है। पहली 2 स्टेटमेंट ठीक है, फर्स्ट 4 ठीक है, फर्स्ट सैकेंड थर्ड ठीक है, सैकेंड थर्ड 4 ठीक है। तुसीं मैनूं दस्सिओ, इसका आंसर आ जाएगा अपना बी ऑप्शन। पहली तो 4th स्टेटमेंट जी है गलत है, ठीक है। सैकेंड थर्ड स्टेटमेंट बिल्कुल ठीक है। डन, कोई भी फिक्स टर्म नहीं है, जो ऑफिस ऑफ मैंबरस हैं, जो ऑफिस ऑफ मैंबरस है ना उन्होंने कोई भी फिक्स टर्म नहीं होंगे, और पार्लियामेंट डिसाइड करती है, इस ध्यान च रखियो। तो जे आप देखिए, डन, 3rd स्टेटमेंट भी बिल्कुल ठीक है। 4th शेड्यूल में ही उन्होंने जी सीट्स की एलोकेशन बारे गल्लां कीतियां कि किस तरह लोकेशन होए, मतलब एलोकेट करांगे आप स्टेट्स ते यूनियन टैरेटरी की सीट्स नूं राज्य सभा विच, मगर पहली जी है ऐसा बिल्कुल नहीं है। जो रिटायर कर जाते हैं मैंबर दोबारा एलिजिबल हो सकते हैं। फॉर एग्जाम्पल लगा लिए साढ़े डॉक्टर मनमोहन सिंह, फॉर्मर प्राइम मिनिस्टर साढ़े डॉक्टर मनमोहन सिंह काफ़ी बार चुन के आ सकते हैं, तो हुण भी वो शाम तो चुन के आए हुए हैं, ऐसा बिल्कुल नहीं है। तो पहली स्टेटमेंट गलत हो जाती है, 4th स्टेटमेंट भी बिल्कुल गलत है, ध्यान से रखियो। क्योंकि 1/4 नहीं 1/3 जोड़े मैंबर ने वो रिटायर करते हैं हरेक दूजे साल, ध्यान में रख सकते हो, ठीक है जी, हरेक दूजे साल। डन, बाकी बिल्कुल ठीक है। जी प्रेजिडेंट नॉमीनेशन होंगी है वो बिगिनिंग एवरी 3rd ईयर की बिगिनिंग में सानू देखने को मिल जाती है, ध्यान में रख सकते हो। अगर देखो अगला अपना आ गया क्वेश्चन नंबर स्टार प्रोजेक्ट, ये करंट अफेयर की न्यूज़ है, तो तुसीं मैनूं दसना इस किहड़ी स्टार प्रोजेक्ट नाल रिलेटेड स्टेटमेंट सही है। डन, तो इसका आंसर तुसीं मैनूं देना। पहला कहते स्टार्स की फुल फॉर्म दसी हुई है, कहते स्ट्रेंथनिंग टीचिंग लर्निंग रिजल्ट फॉर स्टेट्स प्रोग्राम, ऐसा प्रोजेक्ट जिस विच आपां मतलब इस तरह के प्रोग्राम चलावांगे जिस विच आपां टीचिंग विच अपडेशन लियाउण की कोशिश करांगे, मॉडर्न टीचिंग नूं आपां अगे वधावांगे, प्रमोट करांगे, उन्हें स्ट्रेंथन करने की गल आखी गई है इस प्रोजेक्ट विच, ठीक है। तो इस तरह का प्रोग्राम सामने लिया तो उसका नाम रखा गया स्ट्रेंथनिंग टीचिंग लर्निंग रिजल्ट, क्या बाकी इसका नाम ये है, तुसीं मैनूं दसना है। उस तो इलावा कहते इस प्रोजेक्ट को इंप्लीमेंट कौन कर रहा है, एक न्यू सेंट्रल सैक्टर स्कीम है, क्या बाकी ये सेंटर स्पॉन्सर्ड स्कीम है, सेंटर सैक्टर स्कीम है, तुसीं मैनूं दसना है। कहते ये मिनिस्ट्री ऑफ एजुकेशन के अधीन आउंदा, क्या बाकी स्टेटमेंट ठीक है। उस तो इलावा कहते इस प्रोजेक्ट के थ्रू करांगे कि अपनी असीं क्वालिटी ते गवर्नेंस स्कूल एजुकेशन की जी क्वालिटी है तो गवर्नेंस नूं आपां इंप्रूव करांगे हरेक इंडिया ऑल इंडियन स्टेट्स विच, ठीक है। क्या बाकी स्टेटमेंट ठीक है। क्या ये प्रोजेक्ट साडे ऑल इंडियन स्टेट्स लिए चलाया गया सी, ये तुसीं मैनूं दसना है, ठीक है, ये तुसीं मैनूं दसना है। डन, ओके। अगे देखो कहते इस प्रोजेक्ट का मेजर पार्ट की है कि आपां ने एक परख नाम का इस्टैबलिश करना है, जिस विच आपां परफॉर्मेंस असैसमेंट करांगे, रिव्यू करांगे तो जिहड़ी नॉलेज है उन्होंने एनालाइज करांगे, ठीक है। इस तरह का एक जिहड़ा प्रोग्राम है इस प्रोजेक्ट के दिन चलेगा, जिहड़ा सब तो वड्डा कंपोनेंट है इस प्रोजेक्ट का। क्या बाकी स्टेटमेंट ठीक है, ये तुसीं मैनूं दसना है। सो इन्हां चारों स्टेटमेंट पढ़दे होया 1st 4th 2nd 3rd 4th 1st 2nd 3rd 1st 2nd 4th 1st 2nd 3rd 4th, तुसीं मैनूं दसो की आंसर आएगा।
जल्दी दसो। जो बैकग्राउंड तुहानूं फैन की प्रॉब्लम आ रही है वो इन्नी नहीं आ सकती, थोड़ी बहुती आ रही है, प्लीज़ उसको इग्नोर करियो, मैं माफ़ी चाहांगा। इसका आंसर आ जाएगा अपना ए ऑप्शन। सिर्फ फर्स्ट 4 ऑप्शन बिल्कुल ठीक है, बिल्कुल इसकी फुल फॉर्म यही है, स्ट्रेंथनिंग टीचिंग लर्निंग रिजल्ट्स फॉर स्टेट्स प्रोग्राम। तो 4th ऑप्शन बिल्कुल ठीक है, इस परख नाम का एक प्रोग्राम चलाया गया। मगर जे मैं गल करा सैकेंड स्टेटमेंट बिल्कुल गलत है। एक सेंट्रल स्पॉन्सर्ड स्कीम है, यानी कि स्टेट्स भी अपना भागीदार होणगियां। फंडिंग स्टेट्स मतलब कि जी फंडिंग है वो कला यूनियन गौरमेंट नहीं करेगी, फंडिंग जी है स्टेट वालों भी सानू रेशियो के बिहाव से, ठीक है, रेशियो के बिहाव से सानू देखने को मिल जाएगी। तो इस करके सैकेंड स्टेटमेंट बिल्कुल गलत हो जाता है। इसनों बिल्कुल सही गल है कि इसनों मतलब इंप्लीमेंट करने लिए डिपार्टमेंट ऑफ स्कूल एजुकेशन है, डिपार्टमेंट ऑफ स्कूल एजुकेशन, ठीक है, वो इनको इंप्लीमेंट करेगा जो मिनिस्ट्री ऑफ एजुकेशन के अधीन आता है। बिल्कुल स्टेटमेंट ठीक है, मतलब कि सैकेंड लाइन बिल्कुल ठीक सी, मगर पहली स्टेटमेंट गलत होने नाल, पहली लाइन गलत होने नाल ये पूरी की पूरी स्टेटमेंट गलत हो जाती है। देखो 2 लाइनां देखने को मिलदियां सी, पहली लाइन में सिर्फ ये सेंटर सैक्टर स्कीम नहीं है, सेंट्रल स्पॉन्सर्ड स्कीम है, तुसीं ध्यान में रख सकते हो। तो 3rd स्टेटमेंट तुसीं ध्यान नाल पढ़ो, ये इस विच मैं फिर कहता ना एक्सट्रीम पोजीशन है। बिल्कुल सही हो सकता है कि आप क्वालिटी को इंप्रूव करना है, गवर्नेंस में स्कूल एजुकेशन को इंप्रूव करना है, बट सिर्फ तो सिर्फ 6 स्टेट्स में लागू करने की गल की गई है। किहड़ी स्टेट्स हैं तुसीं ध्यान च रख सकते हो, HP, ठीक है, HP जो मैं देखा राजस्थान डन, राजस्थान, MP डन, MP हो गया, महाराष्ट्र हो गया, केरला हो गया, उड़ीसा हो गया डन। इस जगहों पर ही ये प्रोजैक्ट इंप्लीमेंट होएगा। तो ऑल इंडियन स्टेट से लागू करना इन्ना आसान नहीं होंदा। तो इस तरह की एक्सट्रीम वाली स्टेटमेंट में ध्यान नाल पढ़ लिया करो ताकि तुहाडा क्वेश्चन जिहड़ा है वो ठीक हो सके। अगला देखो, अगला आप देखो, आप बजट 2021 का देखिए, पुराना बजट, ठीक है जी, मगर बजट वाल ध्यान नहीं देना कि पुराना क्वेश्चन है, मगर ध्यान देना है कि इस डिस्प्यूट रिजोल्यूशन कमेटी का कितने ना कितने न्यूज़ से रही है। तो उन्होंने बजट 2021 विच एक नवा डिस्प्यूट रिजोल्यूशन कमेटी बारे गल की सी, जिसकी इंपोर्टेंस अज भी कितने ना कितने है। ये जो डिस्प्यूट रिजोल्यूशन कमेटी है उस नाल रिलेटेड उन्होंने 3 स्टेटमेंट्स पातियां। जो तुमने पिछला बजट पढ़िया होया तो उसके आधार पर तुसीं मैनूं दस सकते हो क्या एक स्टैचूरी बॉडी है, क्या इस विच आपां जिहड़े स्मॉल टैक्स पेयर्स ने, जिहड़े मतलब जिन्हां दी इनकम 50 लाख की है, उन्होंने इस विच लिआउंदा जाएगा। तो उस तो इलावा कहते एक तरीके नाल इस विच किया गया है कि एक इम्यूनिटी दी गई है, मतलब जे कोई ऑफेंस पुनिशेबल है उस तो इम्यूनिटी मिल सकती है। एक तरह की पावर जी है डिस्प्यूट रिजोल्यूशन कमेटी को दी गई है इनकम टैक्स एक्ट के अधीन। क्या वाकई स्टेटमेंट ठीक है? ये तुसीं मैनूं दसना है। 3 स्टेटमेंट ध्यान नाल पढ़ो तो मैनूं दसो फर्स्ट ठीक है, फर्स्ट थर्ड, सैकेंड थर्ड तो तीनों ही ठीक है। दसो इसका आंसर आ जाएगा चारों ही स्टेटमेंट, सॉरी माफ करना, तीनों ही स्टेटमेंट ठीक है। ये डिस्प्यूट रिजोल्यूशन कमेटी है, फाइनेंस सैकटरी ने इन्होंने बारे दसिया सी कि असीं जिहड़ा फेसलैस असैसमेंट लैके आए सी, जिस आधार पर तुसीं अपने टैक्स जिहड़े डिस्प्यूट है उसनूं सही तरीके नाल रिजोल्व करा सकते हो। तुहानूं कोई लोड़ नहीं है तुहानूं इनकम टैक्स ऑफिसर नूं मिलण दी, ठीक है। तुसीं मतलब बिना फेसलैस मतलब बिना दिखाए बिना जाए ऑफिस तो भी तुसीं अपने जिहड़े झगड़े उनका निपटारा किया जा सकता है, तुसीं ध्यान विच रख सकते हो, ठीक है। क्योंकि गौरमेंट चाहुंदी सी कि लोग जिहड़े ने जिन्हां दा बकाया रहिंदा वो वध तो जल्द तो जल्द अपना मतलब टैक्स भरन, ठीक है। उन्होंने फाइन नूं लैके भी गल्लां उठियां सन, ये पुनिशेबल भी नहीं बनाया गया सी इन्हां नूं, ठीक है। उन्होंने इम्यूनिटी प्रोवाइड की गई सी ताकि बिना डरे हो अपना टैक्स पे करन। देन इस करके आपने इस तरह की जिहड़ी कमेटी सामने लियाउंदी सी जो इस लिए ही काम करेगी। देन कमेटी को काफ़ी सारी पावर सी कि वो किसी भी पेनल्टी नूं रिड्यूस कर सकती है, किसी भी पेनल्टी नूं माफ़ कर सकती है, किसी भी पुनिशेबल जुर्म नूं तो बचाया जा सकता है, ठीक है। इस कमेटी नूं इन्नियां पावर दित्तियां गईयां सी। देन ओके, तुसीं ध्यान च रखियो इस कमेटी नूं बनाया गया, डन ओके, क्योंकि ताकि असीं अपने टैक्स नूं ज़्यादा तो ज़्यादा मतलब इकट्ठा कर सकीए, कलैक्ट कर सकीए। उस तो इलावा अगली देखो मित्रा स्कीम, ठीक है। कहते ये रिसेंटली प्रपोज की गई मित्रा स्कीम च आखिर है कि ये मित्रा स्कीम इस विच किया गया कि ये मित्रा स्कीम इस करके लियाऊंगी ताकि आप अपनी टैक्सटाइल इंडस्ट्री नूं बूस्टअप कर सकीए। क्या बाकी स्टेटमेंट ठीक है? तो तुसीं मैनूं दसना है। उस तो इलावा कहते इस मित्रा स्कीम नूं इंप्लीमेंट कौन कर रहा है? मिनिस्ट्री ऑफ कॉमर्स एंड इंडस्ट्री। क्या बाकी स्टेटमेंट ठीक है? उस तो इलावा इस स्कीम के अधीन होएगा कि असीं 3 टैक्सटाइल पार्क जिहड़े ने अगले 3 सालों में इस्टैबलिश करांगे। क्या बाकी स्टेटमेंट ठीक है? तीनों नूं ध्यान नाल पढ़ो, मैनूं दसो करैक्ट किहड़ा होएगा। इसका आंसर आ जाएगा अपना बी ऑप्शन, ठीक है जी। कल ही फर्स्ट स्टेटमेंट ठीक है, तो ध्यान से रखियो मिनिस्ट्री ऑफ कॉमर्स एंड इंडस्ट्री नहीं कर सकेगी, कॉमन सेंस है टैक्सटाइल वाली, ठीक है जी। टैक्सटाइल वाली जी मिनिस्ट्री है वही इसनूं संभालेगी, ठीक है, इस स्कीम नूं। ते इस स्कीम का जे मैं देखिए
पार्क्स ने स्टैबलिश करने, 7 टैक्सटाइल पार्क्स निकल के सामने आएंगे। डन ओके मित्रा दी जी मैं फुल फॉर्म देखा मेगा इन्वेस्टमेंट टैक्सटाइल पार्क्स, मेगा इन्वेस्टमेंट टैक्सटाइल पार्क्स ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ ਓਕੇ ਸੋ ਧਿਆਨ ਵਿੱਚ ਰੱਖਣਾ। ਇਸ ਵਿੱਚ ਕਰਨਾ ਕੀ ਹੈ ਕਿ ਅਸੀਂ ਆਪਣੀ ਟੈਕਸਟਾਈਲ ਪ੍ਰੋਡਕਸ਼ਨ ਜਿਹੜੀ ਹੈ ਉਹਨੂੰ ਟੈਕਸਟਾਈਲ ਜਿਹੜੀ ਇੰਡਸਟਰੀ ਹੈ ਉਹਨੂੰ ਗਲੋਬਲੀ ਕੰਪੀਟੀਟਿਵ ਬਣਾਉਣਾ ਹੈ। ਡਨ ਓਕੇ ਵੱਧ ਤੋਂ ਵੱਧ ਇਨਵੈਸਟਮੈਂਟ ਹੋ ਸਕੇ, ਵੱਧ ਤੋਂ ਵੱਧ ਇੰਪਲੋਇਮੈਂਟ ਜਨਰੇਟ ਹੋ ਸਕੇ, ਉਸ ਦੇ ਲਈ ਇਸ ਤਰ੍ਹਾਂ ਦੀ ਸਕੀਮ ਲਿਆਉਂਦੀ ਗਈ ਜਿਸ ਵਿੱਚ ਪਾਰਕਸ ਬਣਾਉਣ ਦੀ ਗੱਲ ਆਖੀ, ਬਹੁਤ ਸਾਰੀ ਚੀਜ਼ਾਂ ਇਸ ਵਿੱਚ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਨੂੰ ਵੀ ਇੰਪਲੀਮੈਂਟ ਕਰਨ ਦੀ ਗੱਲ ਆਖੀ ਤਾਂ ਕਿ ਅਸੀਂ ਆਪਾਂ ਆਪਣੇ ਖੁਦ ਦੇ ਭਾਰਤ ਦੀ ਬਣਾਈ ਚੀਜ਼ਾਂ ਦੇ ਉੱਪਰ ਹੀ ਆਪਾਂ ਜ਼ੋਰ ਦਈਏ ਕਿਉਂਕਿ ਆਪਾਂ ਆਤਮ ਨਿਰਭਰ ਭਾਰਤ ਅਭਿਆਨ ਚਲਾ ਰਿਹਾ ਹੋਇਆ ਠੀਕ ਹੈ ਕੋਵਿਡ ਦੇ ਦੌਰਾਨ ਤੋਂ, ਤਾਂ ਇਸ ਲਈ ਆਪਾਂ ਉਸ ਨੂੰ ਬੂਸਟਅਪ ਕਰਨ ਲਈ ਆਪਾਂ ਇਸ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਏ ਹਾਂ। ਡਨ ਓਕੇ ਸੋ ਧਿਆਨ 'ਚ ਰੱਖਿਓ। ਅੱਗੇ ਦੇਖੋ ਅਗਲੀ ਆਪਣਾ ਹੈਗਾ ਇੱਕ ਇੰਡੈਕਸ ਗਲੋਬਲ ਕਲਾਈਮੇਟ ਰਿਸਕ ਇੰਡੈਕਸ। ਦੱਸੋ ਕੌਣ ਰਿਲੀਜ਼ ਕਰਦਾ ਹੈ? ਵਰਲਡ ਬੈਂਕ, UNEP, ਵਰਲਡ ਇਕਨੋਮਿਕ ਫੋਰਮ, ਜਰਮਨ ਵਾਚ। ਦੱਸੋ ਇਸ ਨੂੰ ਕੌਣ ਰਿਲੀਜ਼ ਕਰਦਾ ਹੈ? ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ। ਇਹਨੂੰ ਆਪਾਂ ਜਰਮਨ ਵਾਚ ਜਿਹੜਾ ਗਲੋਬਲ ਕਲਾਈਮੇਟ ਰਿਸਕ ਜਿਹੜਾ ਉਹ ਲਾਂਚ ਕਰਦਾ। ਕੋਈ ਦੱਸ ਸਕਦਾ ਜਰਮਨ ਵਾਚ ਹੈ ਕੀ ਹੈ? ਇਹ ਇੱਕ NGO ਹੈ, ਤੁਸੀਂ ਧਿਆਨ 'ਚ ਰੱਖਿਓ ਇਹ ਇੱਕ NGO ਹੈ। ਡਨ ਓਕੇ ਇਸ ਧਿਆਨ ਵਿੱਚ ਰੱਖ ਸਕਦੇ ਹੋ। ਚਲੋ ਅੱਗੇ ਦੇਖੋ ਅਗਲਾ ਆਪਣਾ ਹੈਗਾ ਮਤੂਆ ਕਮਿਊਨਿਟੀ। ਠੀਕ ਹੈ ਕਮਿਊਨਿਟੀ ਬਾਰੇ ਵੀ ਕਦੀ ਨਾ ਕਦੀ ਕੁਐਸਚਨ ਪੁੱਛ ਲਿਆ ਜਾਉਂਦਾ, ਉਹਨਾਂ ਕਮਿਊਨਿਟੀਆਂ ਉੱਪਰ ਧਿਆਨ ਰੱਖਣਾ ਜੋ ਕਰੰਟ ਵਿੱਚ ਰਹੀਆਂ ਹੋਣ। ਡਨ ਇਸਦੇ ਕਹਿੰਦੇ ਮਤੂਆ ਕਮਿਊਨਿਟੀ ਦੇ ਜਿਹੜੇ ਮੈਂਬਰ ਆ ਉਹ ਸਾਨੂੰ ਇੰਡੀਆ 'ਚ ਵੀ ਦੇਖਣ ਨੂੰ ਮਿਲਦੇ ਨੇ ਤੇ ਬਾਂਗਲਾਦੇਸ਼ 'ਚ ਵੀ ਦੇਖਣ ਨੂੰ ਮਿਲਦੇ ਨੇ। ਪਹਿਲੀ ਸਟੇਟਮੈਂਟ ਇਹ ਕਹਿ ਰਹੀ ਹੈ। ਦੂਜੀ ਸਟੇਟਮੈਂਟ ਕਹਿ ਰਹੀ ਹੈ ਇਹ ਕਹਿੰਦੇ ਜੇ ਆਪਾਂ ਦੇਖੀਏ ਅਸਾਮ ਦੇ ਵਿੱਚ ਜਿਹੜੀਆਂ ਸ਼ਡਿਊਲ ਕਾਸਟ ਪਾਪੂਲੇਸ਼ਨ ਨੇ ਉਸ ਵਿੱਚ ਸੈਕਿੰਡ ਲਾਰਜੈਸਟ ਜਿਹੜੀ ਪਾਪੂਲੇਸ਼ਨ ਹੈ ਉਹ ਮਤੂਆ ਕਮਿਊਨਿਟੀ ਦੀ ਹੈ। ਕਿ ਬਾਕੀ ਸਟੇਟਮੈਂਟ ਠੀਕ ਹੈ? ਤੁਸੀਂ ਦੋਨਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਨੂੰ ਦੱਸੋ ਫਰਸਟ ਠੀਕ ਹੈ, ਸੈਕਿੰਡ ਠੀਕ ਹੈ, ਬੋਥ 1 and 2, ਨਾਈਦਰ 1 and 2? ਜਲਦੀ ਦੱਸੋ ਦਾ ਆਨਸਰ ਕੀ ਆਏਗਾ? ਇਹਦਾ ਆਨਸਰ ਆ ਜਾਏਗਾ ਆਪਣਾ A ਆਪਸ਼ਨ। ਠੀਕ ਹੈ ਕੱਲੀ ਫਰਸਟ ਸਟੇਟਮੈਂਟ ਠੀਕ ਹੈ। ਜੇ ਆਪਾਂ ਦੇਖੀਏ ਇਸ ਦੇ ਜਿਹੜੇ ਮੈਂਬਰਸ ਨੇ ਮਤੂਆ ਦੇ ਉਹ ਇੰਡੀਆ 'ਚ ਵੀ ਦੇਖਣ ਨੂੰ ਮਿਲਦੇ ਨੇ ਤੇ ਬਾਂਗਲਾਦੇਸ਼ 'ਚ ਵੀ ਦੇਖਣ ਨੂੰ ਮਿਲਦੇ ਨੇ। ਤੇ ਦੂਜੀ ਸਟੇਟਮੈਂਟ ਇਸ ਕਰਕੇ ਗਲਤ ਹੈ ਕਿ ਮਤੂਆ ਕਮਿਊਨਿਟੀ ਜਿਹੜੀ ਹੈ ਤੁਸੀਂ ਜੇ ਕਾਮਨ ਸੈਂਸ ਵੀ ਲਗਾਓਗੇ ਬਾਂਗਲਾਦੇਸ਼ ਦੀ ਗੱਲ ਹੋ ਰਹੀ ਹੈ, ਅਸਾਮ ਤੱਕ ਕਿੱਥੋਂ ਆ ਜਾਣਗੇ ਮੈਂਬਰ? ਠੀਕ ਹੈ ਜੇ ਬਾਂਗਲਾਦੇਸ਼ ਦੀ ਗੱਲ ਹੋ ਰਹੀ ਹੈ ਅੱਧਾ ਬਾਂਗਲਾਦੇਸ਼ ਤਾਂ ਸਾਡੇ ਕੋਲ ਹੈ ਵੈਸਟ ਬੰਗਾਲ ਹੈ ਨਾ। ਜੇ ਵੈਸਟ ਬੰਗਾਲ ਸਾਡੇ ਕੋਲ ਹੈ, ਜੇ ਵੈਸਟ ਬੰਗਾਲ ਸਾਡੇ ਕੋਲ ਹੈ ਤਾਂ ਮੈਂਬਰ ਸਾਨੂੰ ਵੱਧ ਤੋਂ ਵੱਧ ਕਿੱਥੇ ਦੇਖਣ ਨੂੰ ਮਿਲ ਸਕਦੇ ਆ? ਵੈਸਟ ਬੰਗਾਲ ਵਿੱਚ। ਤਾਂ ਇਸ ਵਿੱਚ ਧਿਆਨ 'ਚ ਰੱਖਣਾ ਹੈ ਸੈਕਿੰਡ ਲਾਰਜੈਸਟ ਜਿਹੜੀ ਸ਼ਡਿਊਲ ਕਾਸਟ ਪਾਪੂਲੇਸ਼ਨ ਆ ਉਹ ਵੈਸਟ ਬੰਗਾਲ ਦੀ ਹੀ ਮਤੂਆ ਕਮਿਊਨਿਟੀ ਹੈ। ਤੁਸੀਂ ਧਿਆਨ 'ਚ ਰੱਖਣਾ ਮਤੂਆ ਕਮਿਊਨਿਟੀ ਦੇ ਹੀ ਸਭ ਤੋਂ ਜ਼ਿਆਦਾ ਸਾਨੂੰ ਸੈਕਿੰਡ ਲਾਰਜੈਸਟ ਸ਼ਡਿਊਲ ਕਾਸਟ ਦੇ ਮੈਂਬਰ ਸਾਨੂੰ ਵੈਸਟ ਬੰਗਾਲ 'ਚ ਦੇਖਣ ਨੂੰ ਮਿਲ ਜਾਂਦੇ ਨੇ। ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਡਨ ਓਕੇ ਸੋ ਇਹਦਾ ਆਨਸਰ ਕੀ ਆ ਜਾਏਗਾ ਆਪਣਾ ਫਸਟ ਆਪਸ਼ਨ A ਆਪਸ਼ਨ ਆ ਜਾਏਗਾ। ਉਸ ਤੋਂ ਇਲਾਵਾ ਅੱਜ ਦਾ ਤੁਹਾਡੇ ਲਈ ਕੁਐਸਚਨ ਠੀਕ ਹੈ ਅੱਜ ਦਾ ਤੁਹਾਡੇ ਲਈ ਕੁਐਸਚਨ ਅੱਜ ਮੈਂ ਘੱਟ ਰੱਖੇ ਕੁਐਸਚਨ ਕਿਉਂਕਿ ਥੋੜੇ ਡਿਫਿਕਲਟ ਸੀ। ਦੈਨ ਦੇਖੋ ਇੱਕ ਪ੍ਰਾਈਮ ਮਿਨਿਸਟਰ ਵੱਲੋਂ ਵਰਲਡ ਇਕਨੋਮਿਕ ਫੋਰਮ ਵਿੱਚ ਡਾਇਲੋਗ ਵਿੱਚ ਕਾਨਫਰੰਸ ਵਿੱਚ ਉਹ ਸਪੀਚ ਦਿੱਤੀ ਉਹਨਾਂ ਨੇ। ਠੀਕ ਹੈ ਹੁਣ ਉਹਨਾਂ ਨੇ ਸਪੀਚ ਕੀ ਦਿੱਤੀ ਕੀ ਬੋਲਿਆ ਸਾਡੇ ਲਈ ਮਤਲਬ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਉਰੇ ਪੁੱਛ ਲਿਆ ਕਿ ਵਰਲਡ ਇਕਨੋਮਿਕ ਫੋਰਮ ਬਾਰੇ ਉਹਨਾਂ ਨੇ ਪੁੱਛ ਲਿਆ। ਕਹਿੰਦੇ ਵਰਲਡ ਇਕਨੋਮਿਕ ਫੋਰਮ ਕਿਆ ਨॉन प्रॉफिट ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ? ਇਹ ਤੁਸੀਂ ਮੈਨੂੰ ਦੱਸਣਾ ਹੈ। ਉਸ ਤੋਂ ਇਲਾਵਾ ਕਹਿੰਦੇ ਇਸ ਵਿੱਚ ਸਾਨੂੰ ਪਬਲਿਕ ਤੇ ਪ੍ਰਾਈਵੇਟ ਕੋਆਪਰੇਸ਼ਨ ਦੇਖਣ ਨੂੰ ਮਿਲਦਾ ਹੈ ਤੇ 1971 ਵਿੱਚ ਸਟੈਬਲਿਸ਼ ਕੀਤੀ ਗਈ ਸੀ। ਇਸ ਦੇ ਹੈੱਡਕੁਆਟਰ ਜਿਨੀਵਾ ਸਵਿਟਜ਼ਰਲੈਂਡ ਵਿੱਚ ਨੇ। ਕਿਆ ਬਾਕੀ ਸਟੇਟਮੈਂਟ ਠੀਕ ਹੈ? ਇਹਨਾਂ ਵੱਲੋਂ ਵਰਲਡ ਇਕਨੋਮਿਕ ਫੋਰਮ ਵੱਲੋਂ ਗਲੋਬਲ ਜੈਂਡਰ ਗੈਪ ਰਿਪੋਰਟ ਨਿਕਾਲੀ ਜਾਉਂਦੀ ਹੈ। ਕਿਆ ਬਾਕੀ ਸਟੇਟਮੈਂਟ ਠੀਕ ਹੈ? ਇਹਨਾਂ ਦੋਨਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਨੂੰ ਆਨਸਰ ਦੱਸਣਾ ਹੈ ਪਹਿਲੀ ਦੂਜੀ ਬੋਥ 1 and 2 ਨਾਈਦਰ 1 and 2। ਇਹ ਤੁਸੀਂ ਮੈਨੂੰ ਦੱਸਣਾ ਹੈ ਤੁਹਾਡੇ ਲਈ ਹੋਮਵਰਕ ਹੈ। ਕਰੋ ਨਾ ਕਰੋ ਹੋਮਵਰਕ ਮੈਨੂੰ ਕੋਈ ਫਰਕ ਨਹੀਂ ਪੈਂਦਾ ਮਗਰ ਮੇਰੇ ਵੱਲੋਂ ਦੇਣਾ ਜ਼ਰੂਰੀ ਹੈ। ਡਨ ਓਕੇ ਬੱਚੇ ਦੇਖਦੇ ਨੇ ਪਰਫਾਰਮ ਕਰਦੇ ਨੇ ਕਰੋ ਨਾ ਕਰੋ ਤੁਹਾਡੇ ਉੱਪਰ ਹੈ। ਡਨ ਓਕੇ ਮਗਰ ਤੁਸੀਂ ਕੁਐਸਚਨ ਦੇਖੋਗੇ ਕੋਈ ਵੀ ਹਲਵਾ ਕੁਐਸਚਨ ਨਹੀਂ ਹੈ। ਇਹ ਦੇਖੋ ਮਤੂਆ ਕਮਿਊਨਿਟੀ ਬਾਰੇ ਤੁਸੀਂ ਕਿਵੇਂ ਜਾਣ ਸਕਦੇ ਹੋ? ਰੋਜ਼ ਅਖਬਾਰ ਪੜ੍ਹਿਆ ਕਰੋ, ਅਖਬਾਰ ਨੂੰ ਟਾਈਮ ਦਿਆ ਕਰੋ, ਪੇਸ਼ੈਂਸ ਰੱਖਿਆ ਕਰੋ। ਹਰੇਕ ਚੀਜ਼ ਲਈ ਕੋਈ ਨਾ ਕੋਈ ਸਾਡੇ ਲਈ ਕਰ ਦੇਵੇ, ਹਰੇਕ ਚੀਜ਼ ਦੇ ਨੋਟਸ ਮਿਲ ਜਾਣ, ਹਰੇਕ ਚੀਜ਼ ਦਾ ਸਭ ਕੁਝ ਹੋ ਜਾਵੇ। ਤੁਸੀਂ ਰੋਬੋਟ ਨਹੀਂ ਹੋ, ਇਹ ਤੁਸੀਂ ਧਿਆਨ 'ਚ ਰੱਖ ਲੈਣਾ। ਰੋਬੋਟ ਨਹੀਂ ਹੋ ਤੁਸੀਂ ਮਤਲਬ ਅੱਛੀ ਤਿਆਰੀ ਕਰਨੀ ਹੈ, ਮਿਹਨਤ ਕਰਨੀ ਹੈ, ਸਮਾਰਟ ਮਿਹਨਤ ਕਰਨੀ ਹੈ ਮਗਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬੇਸਿਕ ਚੀਜ਼ਾਂ ਨੂੰ ਭੁੱਲ ਜਾਓ। ਦੈਨ ਤੁਹਾਡਾ ਦਿਮਾਗ ਜਿਹੜਾ ਹੈ ਠੀਕ ਹੈ ਔਰ ਰੋਬੋਟ ਨਹੀਂ ਹੈ। ਤੁਸੀਂ ਐਜ਼ ਅ ਹਿਊਮਨ ਹੋ ਤਾਂ ਹਿਊਮਨ ਪਰਸਨ ਨੂੰ ਜੇ ਆਪਾਂ ਧਿਆਨ 'ਚ ਰੱਖੀਏ ਕੁਝ ਚੀਜ਼ਾਂ ਜਿਹੜੀਆਂ ਉਹਨੂੰ ਬੇਸਿਕ ਦੇ ਲੈਵਲ ਤੋਂ ਹੀ ਚੱਲਣੀਆਂ ਪੈਂਦੀਆਂ ਨੇ। ਤਾਂ ਇਸ ਚੀਜ਼ ਨੂੰ ਜੇ ਅੱਜ ਨਹੀਂ ਸਵੀਕਾਰ ਕਰੋਗੇ ਐਗਜ਼ਾਮ ਹੋ ਜਾਣ ਦਿਓ ਉਸ ਤੋਂ ਬਾਅਦ ਸਵੀਕਾਰ ਕਰ ਲਓਗੇ। ਮਗਰ ਇਹ ਚੀਜ਼ 'ਚ ਐਕਸਪੀਰੀਅੰਸ ਨਾਲ ਕਹਿ ਰਿਹਾ ਕੁਝ ਚੀਜ਼ਾਂ ਸਮਾਰਟ ਲਰਨਿੰਗ ਹੁੰਦੀ ਹੈ, ਕੁਝ ਚੀਜ਼ਾਂ ਤੁਹਾਡਾ ਹਾਰਡ ਵਰਕ ਹੁੰਦਾ ਜਿਹਨੂੰ ਤੁਹਾਨੂੰ ਕਰਨਾ ਬਹੁਤ ਜ਼ਰੂਰੀ ਹੈ। ਬੱਚੇ ਇਵੇਂ ਨਹੀਂ ਕਲੀਅਰ ਕਰਦੇ ਐਗਜ਼ਾਮ। ਡਨ ਓਕੇ ਹਰੇਕ ਕੋਈ ਐਕਸਟਰਾ ਆਰਡਰਿੰਗ ਨਹੀਂ ਹੁੰਦਾ। ਮੈਂ ਉਹਨਾਂ ਬੱਚਿਆਂ ਦੀ ਗੱਲ ਕਰ ਰਿਹਾ ਜੋ ਇੱਕ ਐਵਰੇਜ ਸਟੂਡੈਂਟ ਨੇ ਉਹਨਾਂ ਬੱਚਿਆਂ ਦੀ ਗੱਲ ਕਰ ਰਿਹਾ। ਸੋ ਥੈਂਕ ਯੂ ਵੈਰੀ ਮਚ।